हाँ जी। ओके देखिए। सेकंड पार्ट बाबा बंदा सिंह बहादुर, उनका पहला पार्ट हमने चेक किया हाँ था, देखा। तो आज मैंने कहा चलें उसका सेकंड पार्ट भी देखें। ਬਾਬਾ ਬੰਦਾ ਸਿੰਘ ਬਹਾਦਰ ਦੀ ਦਾੜੀ ਲਹੂ ਨਾਲ ਭਿੱਜ ਗਈ ਹੈ। ਮੂੰਹ ਚੋਂ ਪੁੱਤਰ ਦਾ ਲਹੂ ਚੋ ਰਿਹਾ ਹੈ। ਬੱਚੇ ਦੇ ਸਰੀਰ ਦੇ ਛੋਟੇ-ਛੋਟੇ ਟੋਟੇ ਕਰਕੇ ਉਹਨਾਂ ਦਾ ਇੱਕ ਹਾਰ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲੇ ਵਿੱਚ ਸਤਿ ਸ਼੍ਰੀ ਅਕਾਲ ਗੇਮ ਚੇਂਜਰਸ ਸਕਸੈਸ ਦਾਰਾ ਚੈਨਲ ਤੇ ਆਪ ਸਭ ਦਾ ਜੀ ਆਇਆਂ ਨੂੰ। ਉਹ ਜਗ੍ਹਾ ਜਿੱਥੇ ਸਿੱਖ ਕਮਿਊਨਿਟੀ ਇਨਸਪਾਇਰ ਹੋਣ ਲਈ ਆਉਂਦੀ ਹੈ। एक शायर ने बड़ा खूब लिखा है, किस शेर की आमद है रण कांप रहा है। ਬਾਬਾ ਬੰਦਾ ਸਿੰਘ ਬਹਾਦਰ ਦੀ ਆਮਦ ਉਸ ਸਮੇਂ ਹੋਈ ਜਦੋਂ ਸਿੱਖ ਕੌਮ ਮੁਗਲ ਹਕੂਮਤ ਦੇ ਡਰ ਥੱਲੇ ਦੱਬ ਕੇ ਬੇਅਣਖੀ ਜ਼ਿੰਦਗੀ ਜੀਣ ਨੂੰ ਹੀ ਆਪਣੇ ਲੇਖਾਂ ਵਿੱਚ ਲਿਖਿਆ ਮੰਨ ਚੁੱਕੀ ਸੀ। ਉਸੇ ਸਮੇਂ ਇੱਕ ਮਰਦ ਦਲੇਰ ਦਾ ਦੱਖਣ ਤੋਂ ਆ ਕੇ ਇੱਕ ਸੁੱਤੀ ਹੋਈ ਕੌਮ ਵਿੱਚ ਸਪਿਰਿਟ ਭਰ ਕੇ 6 ਸਾਲਾਂ ਦੇ ਛੋਟੇ ਜਿਹੇ ਸਮੇਂ ਵਿੱਚ ਹੀ ਏਸ਼ੀਆ ਦੇ ਸਭ ਤੋਂ ਵੱਡੀ ਹਕੂਮਤ ਨੂੰ ਰੋਲ ਕੇ ਪੰਜਾਬ ਦੇ ਚੱਪੇ-ਚੱਪੇ ਤੇ ਆਪਣੇ ਘੋੜੇ ਦੀਆਂ ਪੈੜਾਂ ਦੇ ਨਿਸ਼ਾਨ ਛੱਡ ਦੇਣਾ ਸੱਚਮੁੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਹੈ। ਪਾਰਟ 1 ਦੀ ਤਰ੍ਹਾਂ ਇਸ ਵੀਡੀਓ ਵਿੱਚ ਵੀ ਆਪਾਂ ਸਿਰਫ ਉਹੀ ਘਟਨਾਵਾਂ ਸਾਂਝੀਆਂ ਕਰਾਂਗੇ ਜੋ ਫਿਲਮ ਵਿੱਚ ਨਹੀਂ ਦਿਖਾਈਆਂ ਗਈਆਂ। ਪਹਿਲੇ ਪਾਰਟ ਵਿੱਚ ਆਪਾਂ ਬੰਦਾ ਸਿੰਘ ਬਹਾਦਰ ਦੀਆਂ ਜੰਗੀ ਜਿੱਤਾਂ, ਗ੍ਰਿਫਤਾਰੀ, ਸਿੱਖਾਂ ਨੇ ਕਦੀ ਵੀ ਜੰਗੀ ਹਾਥੀਆਂ ਦੀ ਵਰਤੋਂ ਕਿਉਂ ਨਹੀਂ ਕੀਤੀ ਅਤੇ ਸਿੱਖ ਕੌਮ ਦਾ ਸਭ ਤੋਂ ਵੱਡਾ ਕਤਲੇਆਮ, ਇਹਨਾਂ ਸਭ ਘਟਨਾਵਾਂ ਨੂੰ ਸ਼ੇਅਰ ਕੀਤਾ ਸੀ। ਜੇ ਤੁਸੀਂ ਇਹ ਵੀਡੀਓ ਨਹੀਂ ਦੇਖਿਆ ਤਾਂ ਆਈ ਬਟਨ ਜਾਂ ਐਂਡ ਸਕਰੀਨ ਤੇ ਜਾ ਕੇ ਜ਼ਰੂਰ ਦੇਖਿਓ। ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ 724 ਸਿੰਘਾਂ ਦੀ ਸ਼ਹੀਦੀ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਸੀ। ਉਸ ਫਿਲਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਜਿੱਤ ਵਾਲੇ ਪਾਰਟ ਨੂੰ ਜ਼ਿਆਦਾ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸ਼ਹੀਦੀ ਵਾਲੇ ਪਾਰਟ ਨੂੰ ਬਹੁਤ ਘੱਟ ਕਰਕੇ ਦਿਖਾਇਆ ਗਿਆ ਹੈ। ਜਦੋਂ ਤੱਕ ਬੰਦਾ ਜਿੱਤਦਾ ਹੈ ਉਦੋਂ ਤੱਕ ਤਾਂ ਆਪਣੇ ਸਟੈਂਡ ਤੇ ਕਾਇਮ ਰਹਿੰਦਾ ਹੈ, ਪਰ ਅਸਲੀ ਪ੍ਰੀਖਿਆ ਤਾਂ ਉਦੋਂ ਹੁੰਦੀ ਹੈ ਜਦੋਂ ਮੁਸ਼ਕਲਾਂ ਸਿਰ ਤੇ ਪੈਂਦੀਆਂ ਹਨ। ਅਤੇ ਫਿਲਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਸ ਤਰ੍ਹਾਂ ਸ਼ਹੀਦ ਹੁੰਦੇ ਦਿਖਾਇਆ ਗਿਆ ਹੈ ਉਸ ਨਾਲ ਉਹਨਾਂ ਦੀ ਸ਼ਖਸੀਅਤ ਦੀ ਚਮਕ ਘਟ ਕੇ ਇੱਕ ਆਮ ਜੰਗੀ ਕੈਦੀ ਦੇ ਬਰਾਬਰ ਹੀ ਰਹਿ ਜਾਂਦੀ ਹੈ। ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਆਪਣੇ ਮਨ ਵਿੱਚ ਜਿੰਨੇ ਮਰਜ਼ੀ ਵੱਧ ਤੋਂ ਵੱਧ ਤਸੀਹੇ ਸੋਚ ਲਓ, ਆਪਾਂ ਉਹਨੇ ਬੇਰਹਿਮੀ ਦੇ ਲੈਵਲ ਤੱਕ ਸੋਚ ਵੀ ਨਹੀਂ ਸਕਦੇ ਜਿੰਨੇ ਤਸੀਹੇ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹੀਦ ਹੁੰਦੇ ਸਮੇਂ ਆਪਣੇ ਸੀਨੇ ਤੇ ਹੰਡਾਏ ਸਨ। 29 ਫਰਵਰੀ 1716 ਨੂੰ ਦਿੱਲੀ ਪਹੁੰਚਣ ਤੋਂ ਬਾਅਦ ਫਰਕਸ਼ੀਰ ਦੇ ਹੁਕਮਾਂ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ 25 ਮੁੱਖ ਜਰਨੈਲਾਂ ਨੂੰ ਸਲੀਮਗੜ੍ਹ ਦੇ ਕਿਲੇ ਵਿੱਚ, 724 ਸਿੰਘਾਂ ਨੂੰ ਤਰਪੋਲੀਆ ਦੀ ਜੇਲ੍ਹ ਵਿੱਚ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ ਬੀਬੀ ਸੁਸ਼ੀਲ ਕੌਰ ਅਤੇ ਪੁੱਤਰ ਬਾਬਾ ਅਜੇ ਸਿੰਘ ਨੂੰ ਦਰਬਾਰੀ ਖਾਨੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ। ਇਹਨਾਂ 724 ਸਿੰਘਾਂ ਨੂੰ ਦਿੱਲੀ ਦੇ ਕੋਤਵਾਲ ਸਰਬਰਾ ਖਾਨ ਨੂੰ ਸੌਂਪ ਕੇ ਹਰ ਦਿਨ 100 ਸਿੰਘਾਂ ਨੂੰ ਕਤਲ ਕਰਨ ਦਾ ਹੁਕਮ ਜਾਰੀ ਕੀਤਾ ਜਾਂਦਾ ਹੈ। 5 ਮਾਰਚ 1716 ਨੂੰ ਕੋਤਵਾਲੀ ਵਿੱਚ, ਜਿੱਥੇ ਅੱਜ ਦਿੱਲੀ ਦੀ ਪਬਲਿਕ ਲਾਇਬ੍ਰੇਰੀ ਹੈ, ਕਤਲੇਆਮ ਦਾ ਪਹਿਲਾ ਦੌਰ ਸ਼ੁਰੂ ਹੁੰਦਾ ਹੈ। ਇੱਕ ਪਾਸੇ ਕਾਜੀ ਕੁਰਾਨ ਲੈ ਕੇ ਖੜਾ ਹੈ ਤੇ ਦੂਸਰੇ ਪਾਸੇ ਜਲਾਦ ਕਿਰਪਾਨ ਲੈ ਕੇ। ਹਰ ਸਿੱਖ ਨੂੰ ਕਿਹਾ ਜਾਂਦਾ ਹੈ ਕਿ ਜੋ ਇਸਲਾਮ ਕਬੂਲ ਕਰ ਲਵੇ ਤਾਂ ਉਸ ਨੂੰ ਮਾਫੀ ਦੇ ਦਿੱਤੀ ਜਾਵੇਗੀ। ਸ਼ਾਮ ਤੱਕ 100 ਸਿੰਘ ਕਤਲ ਕਰ ਦਿੱਤੇ ਜਾਂਦੇ ਹਨ, ਪਰ ਇੱਕ ਵੀ ਕਿਰਪਾਨ ਛੱਡ ਕੇ ਕੁਰਾਨ ਵਾਲੇ ਪਾਸੇ ਨਹੀਂ ਜਾਂਦਾ। ਦੂਸਰੇ ਦਿਨ ਵੀ ਇਹੀ ਕਹਾਣੀ ਦੁਹਰਾਈ ਜਾਂਦੀ ਹੈ, ਪਰ ਇੱਕ ਵੀ ਸਿੰਘ ਦੀਨੇ ਇਸਲਾਮ ਕਬੂਲ ਨਹੀਂ ਕਰਦਾ। ਤੀਸਰੇ ਦਿਨ ਤਾਂ ਸਿੰਘ ਰਲ ਕੇ ਇਹ ਕਹਿ ਹੀ ਦਿੰਦੇ ਹਨ ਕਿ ਸਾਨੂੰ ਸ਼ਹੀਦ ਹੋ ਕੇ ਆਪਣੇ ਗੁਰੂ ਕੋਲ ਜਾਣ ਦੀ ਬਹੁਤ ਕਾਹਲੀ ਹੈ। ਹਰ ਇੱਕ ਸਿੱਖ ਨੂੰ ਅੱਡ-ਅੱਡ ਪੁੱਛ ਕੇ ਆਪਣਾ ਤੇ ਸਾਡਾ ਸਮੇਂ ਬਰਬਾਦ ਨਾ ਕੀਤਾ ਜਾਵੇ। ਸਾਡੇ ਚੋਂ ਕਿਸੇ ਨੇ ਵੀ ਕੁਰਾਨ ਵਾਲੇ ਪਾਸੇ ਨਹੀਂ ਜਾਣਾ, ਅਸੀਂ ਸਾਰੇ ਕਿਰਪਾਨ ਵਾਲੇ ਪਾਸੇ ਹੀ ਜਾਣ ਵਾਲੇ ਹਾਂ। ਤੀਸਰੇ ਦਿਨ ਸ਼ਾਮ ਨੂੰ ਕੋਤਵਾਲ ਕਮਰੂਦੀਨ ਨੂੰ ਰਿਪੋਰਟ ਦੇਣ ਲਈ ਫਰਕਸ਼ੀਰ ਦੇ ਦਰਬਾਰ ਵਿੱਚ ਬੁਲਾਇਆ ਜਾਂਦਾ ਹੈ। ਫਰਕਸ਼ੀਰ ਪੁੱਛਦਾ ਹੈ, ਹੁਣ ਤੱਕ ਕਿੰਨੇ ਸਿੱਖਾਂ ਨੂੰ ਕਤਲ ਕਰ ਦਿੱਤਾ? ਜੀ ਹਜੂਰ 300। ਤੇ ਕਿੰਨਿਆਂ ਨੇ ਇਸਲਾਮ ਕਬੂਲ ਕੀਤਾ? ਕਮਰੂਦੀਨ ਨਜ਼ਰਾਂ ਝੁਕਾ ਕੇ ਕਹਿੰਦਾ ਹੈ, ਜੀ ਇੱਕ ਨੇ ਵੀ ਨਹੀਂ। ਫਰਕਸ਼ੀਰ ਗੁੱਸੇ ਨਾਲ ਲਾਲ ਹੋ ਜਾਂਦਾ ਹੈ ਤੇ ਕਹਿੰਦਾ ਹੈ, ਆਪਣਾ ਮਕਸਦ ਇਹਨਾਂ ਨੂੰ ਕਤਲ ਕਰਨਾ ਨਹੀਂ, ਝੁਕਾਉਣਾ ਹੈ। ਇਹਨਾਂ ਨੂੰ ਭੁੱਖੇ ਰੱਖਣਾ ਸ਼ੁਰੂ ਕਰ ਦਿਓ। ਹੁਣ ਭੁੱਖ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਤਸੀਹਾ ਹੁੰਦਾ ਹੈ। 10 ਦਿਨਾਂ ਤੱਕ ਇਹਨਾਂ 724 ਸਿੰਘਾਂ ਨੂੰ ਅੰਨ ਦਾ ਇੱਕ ਵੀ ਦਾਣਾ ਨਹੀਂ ਦਿੱਤਾ ਜਾਂਦਾ। 10 ਦਿਨਾਂ ਬਾਅਦ ਫਰਕਸ਼ੀਰ ਤੇ ਕਮਰੂਦੀਨ ਰੋਟੀਆਂ ਦੇ ਟੋਕਰਾ ਲੈ ਕੇ ਕੈਦਖਾਨੇ ਵਿੱਚ ਜਾਂਦੇ ਹਨ। ਕਮਰੂਦੀਨ ਇੱਕ ਕੈਦੀ ਸਿੰਘ ਦੇ ਹੱਥ ਵਿੱਚ ਰੋਟੀ ਧਰਦਾ ਹੈ। ਕੈਦੀ ਉਮਰ ਦਾ ਬਜ਼ੁਰਗ ਹੁੰਦਾ ਹੈ। ਉਹ ਨਾਲ ਬੈਠੇ ਨੌਜਵਾਨ ਦੇ ਹੱਥ ਵਿੱਚ ਰੋਟੀ ਰੱਖ ਕੇ ਕਹਿੰਦਾ ਹੈ, ਪੁੱਤਰ ਮੇਰੇ ਕੋਲ ਤਾਂ ਬਹੁਤ ਘੱਟ ਦਿਨ ਬਚੇ ਹਨ, ਇਹ ਰੋਟੀ ਤੂੰ ਖਾ ਲੈ। ਨੌਜਵਾਨ ਰੋਟੀ ਨੂੰ ਅੱਗੇ ਇੱਕ ਬੱਚੇ ਦੇ ਹੱਥ ਵਿੱਚ ਧਰ ਕੇ ਕਹਿੰਦਾ ਹੈ, ਛੋਟੇ ਵੀਰ ਮੈਂ ਹਜੇ ਭੁੱਖ ਬਰਦਾਸ਼ਤ ਕਰ ਸਕਦਾ ਹਾਂ, ਇਹ ਰੋਟੀ ਤੂੰ ਖਾ ਲੈ। ਉਹ ਹੌਲੀ ਉਮਰ ਦਾ ਸਿੰਘ ਅੱਗੇ ਦੂਜੇ ਸਿੰਘ ਦੇ ਹੱਥ ਤੇ ਰੋਟੀ ਰੱਖ ਕੇ ਕਹਿੰਦਾ ਹੈ, ਵੀਰ ਜੀ ਤੁਸੀਂ ਮੈਨੂੰ ਬਿਮਾਰ ਲੱਗਦੇ ਹੋ,
ਆ ਰੋਟੀ ਤੁਸੀਂ ਖਾ ਲਓ। ਇਸ ਤਰ੍ਹਾਂ ਘੁੰਮਦੇ ਘੁੰਮਦੇ 724 ਸਿੰਘਾਂ ਦੇ ਹੱਥਾਂ 'ਚੋਂ ਰੋਟੀ ਹੁੰਦੇ ਹੋਏ ਵਾਪਸ ਉਸੇ ਬਜ਼ੁਰਗ ਦੇ ਹੱਥ 'ਚ ਆ ਜਾਂਦੀ ਹੈ ਤੇ ਉਹ ਬਜ਼ੁਰਗ ਰੋਟੀ ਵਾਪਸ ਟੋਕਰੇ ਵਿੱਚ ਰੱਖ ਕੇ ਕਹਿੰਦਾ ਹੈ, ਫਰਕਸ਼ੀਰ ਆ ਲੈ ਫੜ ਤੇਰੀ ਰੋਟੀ। ਜਿਹੜੀ ਸਿੱਖੀ ਦਸਮ ਪਿਤਾ ਨੂੰ ਸੀਸ ਦੇ ਕੇ ਲਈ ਸੀ ਉਹ ਰੋਟੀਆਂ ਦੇ ਬਦਲੇ ਨਹੀਂ ਵਿਕਦੀ। ਫਰਕਸ਼ੀਰ ਗੁੱਸੇ ਨਾਲ ਲਾਲ ਹੋ ਜਾਂਦਾ ਹੈ ਤੇ ਕਹਿੰਦਾ ਹੈ, ਲੈ ਜਾਓ ਇਹਨਾਂ ਕਾਫਿਰਾਂ ਨੂੰ ਤੇ ਕਤਲ ਕਰ ਦਿਓ ਸਭ ਨੂੰ। 10 ਦਿਨ ਰੁਕਣ ਤੋਂ ਬਾਅਦ 18 ਮਾਰਚ ਨੂੰ ਇਹ ਕਤਲੇਆਮ ਇੱਕ ਵਾਰ ਆਖਿਰਕਾਰ ਇਹਨਾਂ ਸਾਰੇ 724 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ, ਪਰ ਇਹਨਾਂ 'ਚੋਂ ਇੱਕ ਵੀ ਆਪਣੇ ਧਰਮ ਤੋਂ ਨਹੀਂ ਡੋਲਦਾ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ 25 ਮੁੱਖ ਜਰਨੈਲਾਂ ਦੀ। ਇਹਨਾਂ ਨੂੰ ਕਈ ਮਹੀਨੇ ਤੱਕ ਜੇਲ੍ਹ ਵਿੱਚ ਤਸੀਹੇ ਦਿੱਤੇ ਜਾਂਦੇ ਹਨ, ਭੁੱਖਾ ਰੱਖਿਆ ਜਾਂਦਾ ਹੈ ਤੇ ਕੁੱਟਮਾਰ ਕੀਤੀ ਜਾਂਦੀ ਹੈ। ਪਰ ਜਦੋਂ ਇਹਨਾਂ 'ਚੋਂ ਵੀ ਕੋਈ ਦੀਨੇ ਇਸਲਾਮ ਕਬੂਲ ਨਹੀਂ ਕਰਦਾ ਤਾਂ ਆਖਿਰਕਾਰ 9 ਜੂਨ 1716 ਨੂੰ ਇਹਨਾਂ ਨੂੰ ਵੀ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਜਾਂਦਾ ਹੈ। ਸਲੀਮਗੜ੍ਹ ਦੇ ਕਿਲੇ 'ਚੋਂ ਕੱਢ ਕੇ ਇਹਨਾਂ ਨੂੰ ਕੁਤਬ ਮੀਨਾਰ ਦੇ ਨੇੜੇ ਬਖਤਿਆਰ ਕਾਕੀ ਦੀ ਦਰਗਾਹ ਤੇ ਲਿਜਾਇਆ ਜਾਂਦਾ ਹੈ। ਪਰ ਬਾਕੀ ਸਿੰਘਾਂ ਨੂੰ ਤਾਂ ਕੋਤਵਾਲੀ ਵਿੱਚ ਸ਼ਹੀਦ ਕੀਤਾ ਗਿਆ ਸੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਇਹਨਾਂ ਜਰਨੈਲਾਂ ਨੂੰ ਕਿਉਂ 6 ਕੋਹ ਦੂਰ ਬਖਤਿਆਰ ਕਾਕੀ ਦੀ ਦਰਗਾਹ ਤੇ ਲਿਜਾਇਆ ਗਿਆ? ਅਸਲ 'ਚ ਉਸੇ ਦਰਗਾਹ ਤੇ ਬਹਾਦਰ ਸ਼ਾਹ ਜ਼ਫਰ ਦੀ ਕਬਰ ਵੀ ਸੀ। ਬਹਾਦਰ ਸ਼ਾਹ ਜ਼ਫਰ ਬੰਦਾ ਸਿੰਘ ਬਹਾਦਰ ਦੇ ਡਰ ਤੋਂ ਪਾਗਲ ਹੋ ਕੇ ਮੈਂਟਲੀ ਡਿਸਟਰਬ ਹੋ ਕੇ ਮਰਿਆ ਸੀ। ਆਪਣੀ ਮੌਤ ਤੋਂ ਪਹਿਲਾਂ ਉਸਨੇ ਲਾਹੌਰ ਵਿੱਚ ਕੁਝ ਇਹੋ ਜਿਹੇ ਫਰਮਾਨ ਜਾਰੀ ਕੀਤੇ ਜਿਸ ਨਾਲ ਇਤਿਹਾਸ ਵਿੱਚ ਵੀ ਇਹ ਗੱਲ ਸਾਬਿਤ ਹੁੰਦੀ ਹੈ। ਉਹਨੇ ਹੁਕਮ ਦਿੱਤਾ ਸੀ ਕਿ ਸ਼ਹਿਰ ਦੇ ਸਾਰੇ ਫਕੀਰ ਬਾਹਰ ਕੱਢ ਦਿਓ। ਇਹਨਾਂ ਦੇ ਦਾੜੇ ਤੇ ਕੇਸ ਦੇਖ ਕੇ ਮੈਨੂੰ ਸਿੱਖਾਂ ਦੀ ਯਾਦ ਆਉਂਦੀ ਹੈ। ਉਹਨੇ ਕਿਹਾ ਸੀ ਸ਼ਹਿਰ ਦੇ ਸਾਰੇ ਗਧੇ ਕਤਲ ਕਰ ਦਿਓ, ਕਿਉਂਕਿ ਜਦੋਂ ਇਹ ਰਾਤ ਨੂੰ ਦੌੜਦੇ ਹਨ ਤਾਂ ਮੈਨੂੰ ਇਹ ਲੱਗਦਾ ਹੈ ਕਿ ਸਿੱਖ ਘੋੜਿਆਂ ਤੇ ਚੜ੍ਹ ਕੇ ਹਮਲਾ ਕਰਨ ਆ ਗਏ ਹਨ। ਉਸਨੇ ਕਿਹਾ ਸੀ ਸ਼ਹਿਰ ਦੇ ਸਾਰੇ ਕੁੱਤੇ ਵੀ ਮਾਰ ਦਿਓ, ਕਿਉਂਕਿ ਜਦੋਂ ਇਹ ਭੌਂਕਦੇ ਹਨ ਤਾਂ ਮੈਨੂੰ ਕੁੱਤੇ ਸਿੱਖਾਂ ਦੀ ਯਾਦ ਆ ਜਾਂਦੀ ਹੈ। ਗੁਸਤਾਖੀ ਮਾਫ ਕਰਿਓ, ਪਰ ਜੋ ਇਤਿਹਾਸ ਵਿੱਚ ਲਿਖਿਆ ਹੈ ਦੱਸਣਾ ਜ਼ਰੂਰੀ ਹੈ। ਇਸ ਲਈ ਕਾਜੀ ਨੇ ਫਰਕਸ਼ੀਰ ਨੂੰ ਸਲਾਹ ਦਿੱਤੀ ਸੀ ਕਿ ਜਿਹਦੇ ਡਰ ਤੋਂ ਪਾਗਲ ਹੋ ਕੇ ਬਹਾਦਰ ਸ਼ਾਹ ਜ਼ਫਰ ਮਰਿਆ ਹੈ, ਜੇ ਉਹਨੂੰ ਬਹਾਦਰ ਸ਼ਾਹ ਦੀ ਕਬਰ ਦੇ ਸਾਹਮਣੇ ਕਤਲ ਕੀਤਾ ਜਾਵੇ ਤਾਂ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ। ਇਸ ਲਈ ਫਿਰ ਹੱਥਾਂ ਵਿੱਚ ਹੱਥਕੜੀਆਂ ਪਾ ਕੇ, ਪੈਰਾਂ ਵਿੱਚ ਬੇੜੀਆਂ ਪਾ ਕੇ, ਕੋੜੇ ਮਾਰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਤੇ 25 ਜਰਨੈਲਾਂ ਨੂੰ ਬਖਤਿਆਰ ਕਾਕੀ ਦੀ ਦਰਗਾਹ ਤੇ ਲਿਜਾਇਆ ਗਿਆ। ਦਰਗਾਹ ਤੇ ਫਰਕਸ਼ੀਰ ਆਪਣੇ ਤਖਤ ਤੇ ਬੈਠਾ ਹੈ। ਕੋਤਵਾਲ ਕਮਰੂਦੀਨ ਤੇ ਰਾਜ ਦੇ ਕੁਝ ਹੋਰ ਮੁੱਖ ਅਹੁਦੇਦਾਰ ਵੀ ਉੱਥੇ ਮੌਜੂਦ ਹਨ ਤੇ 25,000 ਦੀ ਫੌਜ ਦਾ ਘੇਰਾ ਪਾਇਆ ਹੋਇਆ ਹੈ। ਫਰਕਸ਼ੀਰ ਇੱਕ ਵਾਰ ਫੇਰ ਕਹਿੰਦਾ ਹੈ, ਬੰਦਾ ਸਿੰਘ ਇਸਲਾਮ ਕਬੂਲ ਕਰ ਲੈ, ਤੇਰੀ ਜਾਨ ਬਖਸ਼ ਦਿੱਤੀ ਜਾਊਗੀ। ਅੱਗੋਂ ਬਾਬਾ ਜੀ ਜਵਾਬ ਦਿੰਦੇ ਹਨ, ਫਰਕਸ਼ੀਰ ਤੂੰ ਹਜੇ ਤੱਕ ਦਸਮ ਪਿਤਾ ਦੇ ਧਰਮ ਯੁੱਧ ਦੇ ਇੱਕ ਵੀ ਸਿਪਾਹੀ ਨੂੰ ਇਸਲਾਮ ਕਬੂਲ ਨਹੀਂ ਕਰਵਾ ਸਕਿਆ ਤੇ ਜਿਹੜੇ ਜਰਨੈਲ ਨੂੰ ਆਪ ਗੁਰੂ ਨੇ ਥਾਪੜਾ ਦੇ ਕੇ ਤੁਰਿਆ ਹੈ ਉਹਦੇ ਤਾਂ ਇਸਲਾਮ ਕਬੂਲ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਮੁਗਲਾਂ ਦੇ ਮਨ ਵਿੱਚ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਕ ਹਿਰਨੀ ਦਾ ਖੂਨ ਡੁੱਲਿਆ ਵੇਖ ਕੇ ਡੋਲ ਗਿਆ ਸੀ। ਅੱਜ ਤੱਕ ਇਹਨੇ ਸਿਰਫ ਮੁਗਲਾਂ ਦਾ ਹੀ ਖੂਨ ਡੁੱਲਦਾ ਦੇਖਿਆ ਹੈ, ਪਰ ਜਦੋਂ ਇਹਦੇ ਸਾਹਮਣੇ ਇਹਦੇ ਆਪਣਿਆਂ ਦਾ ਖੂਨ ਡੋਲਿਆ ਗਿਆ ਤਾਂ ਇਹ ਬਹੁਤ ਛੇਤੀ ਡੋਲ ਜਾਊਗਾ ਤੇ ਇਸਲਾਮ ਕਬੂਲ ਕਰ ਲਊ। ਫਰਕਸ਼ੀਰ ਪੁੱਛਦਾ ਹੈ, ਬੰਦਾ ਸਿੰਘ ਤੇਰਾ ਜਰਨੈਲ ਬਾਦ ਸਿੰਘ ਕਿੱਥੇ ਹੈ, ਜਿਸ ਨੂੰ ਤੂੰ ਸਰਹੰਦ ਦਾ ਗਵਰਨਰ ਬਣਾਇਆ ਸੀ? ਕੋਲ ਖੜਾ ਬਾਦ ਸਿੰਘ ਅੱਖਾਂ ਚੁੱਕ ਕੇ ਵੇਖਦਾ ਹੈ, ਫਰਕਸ਼ੀਰ ਗੁਰੂ ਗੋਬਿੰਦ ਸਿੰਘ ਦਾ ਸਿੱਖ ਮੈਂ ਹਾਂ, ਮੈਨੂੰ ਹੀ ਬਾਦ ਸਿੰਘ ਕਹਿੰਦੇ ਨੇ। ਫਰਕਸ਼ੀਰ ਮਖੌਲ ਭਰੇ ਅੰਦਾਜ਼ ਵਿੱਚ ਕਹਿੰਦਾ ਹੈ, ਮੈਂ ਤਾਂ ਸੁਣਿਆ ਸੀ ਤੂੰ ਬੜਾ ਬਹਾਦਰ ਹੈ, ਅੱਜ ਤੇਰੀ ਬਹਾਦਰੀ ਤੇਰੀ ਫੁਰਤੀ ਕਿੱਧਰ ਗਈ? ਕਹਿੰਦਾ ਬਾਦਸ਼ਾਹ ਮੈਂ ਕਈ ਮਹੀਨਿਆਂ ਤੋਂ ਭੁੱਖਾ ਹਾਂ, ਫੇਰ ਵੀ ਹੱਥਾਂ ਵਿੱਚ ਹੱਥਕੜੀਆਂ ਤੇ ਪੈਰ ਵਿੱਚ ਜੰਜੀਰਾਂ ਹਨ, ਤੇ ਜੇ ਤੂੰ ਅਜੇ ਵੀ ਮੇਰੀ ਫੁਰਤੀ ਦੇਖਣੀ ਹੈ ਤਾਂ ਮੇਰੀ ਇੱਕ ਹੱਥਕੜੀ ਜਾਂ ਪੈਰ ਦੀ ਇੱਕ ਬੇੜੀ ਖੋਲ ਦੇ। ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਦੇ ਬਾਦਸ਼ਾਹ ਨੂੰ ਇੱਕ ਕੈਦੀ ਵੰਗਾਰ ਦੇਵੇ, ਕੁਦਰਤੀ ਅਣਖ ਆ ਜਾਂਦੀ ਹੈ। ਫਰਕਸ਼ੀਰ ਇਸ਼ਾਰਾ ਕਰਦਾ ਹੈ ਇਹਦੀ ਇੱਕ ਹੱਥਕੜੀ ਖੋਲ ਦਿੱਤੀ ਜਾਵੇ, ਪਰ ਜਦੋਂ ਸਿਪਾਹੀ ਹੱਥਕੜੀ ਖੋਲਣ ਲਈ ਨੇੜੇ ਜਾਂਦਾ ਹੈ ਤਾਂ ਬਾਦ ਸਿੰਘ ਇੰਨੀ ਜ਼ੋਰ ਨਾਲ ਝਟਕਾ ਮਾਰਦਾ ਹੈ ਹੱਥਕੜੀ ਦੀ ਜੰਜੀਰ ਟੁੱਟ ਜਾਂਦੀ ਹੈ। ਫੁਰਤੀ ਨਾਲ ਉਸ ਸਿਪਾਹੀ ਦੀ ਤਲਵਾਰ ਮਿਆਨ ਚੋਂ ਕੱਢ ਕੇ ਉਸ ਸਿਪਾਹੀ ਨੂੰ ਤੇ 13 ਹੋਰ ਸਿਪਾਹੀਆਂ ਨੂੰ ਕਤਲ ਕਰ ਦਿੰਦਾ ਹੈ ਤੇ ਫਰਕਸ਼ੀਰ ਡਰਦਾ ਆਪਣੇ ਤਖਤ ਤੋਂ ਉੱਠ ਕੇ ਦੂਰ ਭੱਜ ਜਾਂਦਾ ਹੈ। ਸੁਣਨ 'ਚ ਇਹ ਗੱਲ ਬੜੀ ਨਾਟਕੀय ਜੀ ਲੱਗਦੀ ਹੈ, ਪਰ ਇਹ ਗੱਲ ਇਬਰਤਨਾਮਾ ਬੁੱਕ ਵਿੱਚ ਦਰਜ ਹੈ ਤੇ ਜਿੱਦਾਂ ਕਿ ਮੈਂ ਤੁਹਾਨੂੰ ਪਿਛਲੇ ਵੀਡੀਓ ਵਿੱਚ ਦੱਸ ਚੁੱਕਿਆ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਰਾ ਇਤਿਹਾਸਿਕ ਸੋਰਸ ਫਾਰਸੀ ਭਾਸ਼ਾ ਦਾ ਹੈ। ਇਸ ਬੁੱਕ ਵਿੱਚ ਵੀ ਸਿੱਖਾਂ ਨੂੰ ਕਈ ਜਗ੍ਹਾ ਕਾਲੇ ਮੂੰਹ ਵਾਲੇ ਕਲੰਕੀ ਕੁੱਤੇ ਦੱਸਿਆ ਗਿਆ ਹੈ ਤੇ ਜੇ ਸਿੱਖਾਂ ਨੂੰ ਦੁਸ਼ਮਣ ਮੰਨਣ ਵਾਲੇ ਲਿਖਾਰ ਨੇ ਵੀ ਇਸ ਕਿੱਸੇ ਦਾ ਜ਼ਿਕਰ ਕੀਤਾ ਹੈ ਫਿਰ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਅਜਾਇਬ ਘਰ ਵਿੱਚ ਵੀ ਇਸ ਦੀ ਤਸਵੀਰ ਲੱਗੀ ਹੋਈ ਹੈ। ਆਖਿਰਕਾਰ ਬਾਦ ਸਿੰਘ ਨੂੰ ਕਾਬੂ ਕਰਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦਾ ਸੀਸ ਵੱਢ ਕੇ ਇੱਕ ਨੇਜੇ ਤੇ ਟੰਗ ਦਿੱਤਾ ਗਿਆ
ਇੱਕ ਇੱਕ ਕਰਕੇ ਇਹਨਾਂ ਸਾਰੇ 25 ਜਰਨੈਲਾਂ ਦੇ ਸੀਸ ਵੱਢ ਕੇ ਨੇਜਿਆਂ ਦੇ ਟੰਗ ਦਿੱਤੇ ਤੇ ਉਹਨਾਂ ਨੇਜਿਆਂ ਨੂੰ ਵਾੜ ਦੇ ਰੂਪ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਚਾਰੇ ਪਾਸੇ ਗੱਡ ਦਿੱਤਾ ਗਿਆ। ਥੋੜਾ ਜਿਹਾ ਇਮੇਜਿਨ ਕਰਕੇ ਦੇਖਿਓ ਕਿ ਕਿਹੋ ਜਿਹਾ ਖੌਫਨਾਕ ਮਾਹੌਲ ਹੋਊਗਾ ਉਸ ਸਮੇਂ। 25 ਸਿੰਘਾਂ ਦੇ ਸੀਸ ਵੱਢ ਕੇ ਨੇਜਿਆਂ ਤੇ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਾਰੇ ਪਾਸੇ ਘੇਰਾ ਬਣਾਇਆ ਹੋਇਆ ਹੈ। ਨੇਜੇ ਖੂਨ ਨਾਲ ਭਿੱਜੇ ਹੋਏ ਹਨ। ਜ਼ਮੀਨ ਤੇ ਪਏ ਸਿੰਘਾਂ ਦੇ ਧੜ ਤੜਪ ਰਹੇ ਹਨ। ਚਾਰੇ ਪਾਸੇ ਖੂਨ ਦਾ ਲਾਲ ਗਲੀਚਾ ਵਿਛਿਆ ਹੋਇਆ ਹੈ। ਪਰ ਮੁਗਲਾਂ ਦੀਆਂ ਸਾਰੀਆਂ ਉਮੀਦਾਂ ਦੇ ਉਲਟ ਬਾਬਾ ਬੰਦਾ ਸਿੰਘ ਬਹਾਦਰ ਹਜੇ ਵੀ ਬਿਲਕੁਲ ਸ਼ਾਂਤ ਤੇ ਅਡੋਲ ਬੈਠੇ ਸਿਮਰਨ ਕਰ ਰਹੇ ਹਨ। ਗੱਲ ਨਾ ਬਣਦੀ ਵੇਖ ਦਰਬਾਰੀ ਖਾਨੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੌਣੇ 4 ਸਾਲ ਦੇ ਪੁੱਤਰ ਬਾਬਾ ਅਜੇ ਸਿੰਘ ਨੂੰ ਲਿਆਇਆ ਜਾਂਦਾ ਹੈ। ਪੌਣੇ 8 ਮਹੀਨੇ ਬਾਅਦ ਅੱਜ ਪਿਤਾ ਤੇ ਪੁੱਤਰ ਦਾ ਮਿਲਾਪ ਹੋ ਰਿਹਾ ਹੈ। ਉਸੇ ਸਮੇਂ ਬਾਬਾ ਜੀ ਦੇ ਸਾਹਮਣੇ ਇੱਕ ਖੰਜਰ ਰੱਖ ਦਿੱਤਾ ਜਾਂਦਾ ਹੈ। ਫਰਕਸ਼ੀਰ ਗਰਜਦਾ ਹੈ, ਬੰਦਾ ਸਿੰਘ ਆ ਖੰਜਰ ਚੱਕ, ਅੱਜ ਆਪਣੇ ਪੁੱਤਰ ਨੂੰ ਤੂੰ ਆਪ ਕਤਲ ਕਰੇਗਾ। ਬਾਬਾ ਜੀ ਜਵਾਬ ਦਿੰਦੇ ਹਨ, ਫਰਕਸ਼ੀਰ ਮੇਰੇ ਗੁਰੂ ਨੇ ਸਿਖਾਇਆ ਸੀ ਕਿ ਮਜ਼ਲੂਮਾਂ ਤੇ ਕਦੀ ਵਾਰ ਨਹੀਂ ਕਰਨਾ। ਇਹ ਤਾਂ ਮੇਰਾ ਪੁੱਤਰ ਹੈ। ਸੱਚ ਜਾਣੀ ਜੇ ਅੱਜ ਮੇਰੀ ਗੋਦ ਵਿੱਚ ਤੇਰਾ ਪੁੱਤਰ ਵੀ ਹੁੰਦਾ ਤਾਂ ਮੈਂ ਉਹਦੇ ਤੇ ਵੀ ਵਾਰ ਨਾ ਕਰਦਾ। ਬਾਬਾ ਜੀ ਦੇ ਮਨਾ ਕਰਨ ਤੇ ਕਿ ਧੁੰਦਾ ਹੋਇਆ ਉਸ ਮਾਸੂਮ ਨੂੰ ਥੋੜੀ ਦੂਰ ਲੈ ਜਾਂਦਾ ਹੈ ਤੇ ਉਹਦੀਆਂ ਲੱਤਾਂ ਤੇ ਆਪਣਾ ਗੋਡਾ ਰੱਖ ਕੇ ਦੂਸਰੇ ਹੱਥ ਨਾਲ ਉਹਦੇ ਕੇਸਾਂ ਨੂੰ ਫੜ ਕੇ ਖਿੱਚਦਾ ਹੋਇਆ ਖੰਜਰ ਦੇ ਨਾਲ ਬੱਚੇ ਦੀ ਛਾਤੀ ਵਿੱਚ ਇੱਕ ਚੀਰਾ ਲਾ ਦਿੰਦਾ ਹੈ। ਬੱਚੇ ਦੀਆਂ ਚੀਖਾਂ ਨਾਲ ਅਸਮਾਨ ਗੂੰਜ ਉੱਠਦਾ ਹੈ। ਫਿਰ ਜਲਾਦ ਖੰਜਰ ਪਰਾਂ ਰੱਖ ਕੇ ਦੋਵੇਂ ਹੱਥਾਂ ਨਾਲ ਛਾਤੀ ਪਾੜ ਦਿੰਦਾ ਹੈ। ਤੜ-ਤੜ ਦੀ ਆਵਾਜ਼ ਨਾਲ ਹੱਡੀਆਂ ਟੁੱਟ ਜਾਂਦੀਆਂ ਹਨ ਤੇ ਹੱਥ ਪਾ ਕੇ ਜਲਾਦ ਮਾਸੂਮ ਦਾ ਧੜਕਦਾ ਹੋਇਆ ਕਲੇਜਾ ਬਾਹਰ ਕੱਢ ਲੈਂਦਾ ਹੈ ਤੇ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨ ਦਿੱਤਾ ਜਾਂਦਾ ਹੈ। ਪਿਛਲੇ 1 ਸਾਲ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪ੍ਰਸ਼ਾਦੇ ਦਾ ਮੂੰਹ ਨਹੀਂ ਵੇਖਿਆ, ਅੰਨ ਦਾ ਇੱਕ ਵੀ ਦਾਣਾ ਮੂੰਹ 'ਚ ਨਹੀਂ ਪਾਇਆ ਤੇ ਜੇ ਅੱਜ 1 ਸਾਲ ਬਾਅਦ ਮੂੰਹ 'ਚ ਪਾਉਣ ਨੂੰ ਕੁਝ ਮਿਲ ਰਿਹਾ ਹੈ ਤਾਂ ਉਹ ਹੈ ਆਪਣੇ ਹੀ ਪੁੱਤਰ ਦਾ ਕਲੇਜਾ। ਧੰਨ ਹੋ ਤੁਸੀਂ ਗੁਰੂ ਪਿਤਾ ਤੇ ਧੰਨ ਹੈ ਤੁਹਾਡੇ ਸਿੱਖ। ਸੱਚ ਜਾਣਿਓ, ਜਦੋਂ ਸਕ੍ਰਿਪਟ ਲਿਖਦੇ ਸਮੇਂ ਮੇਰੇ ਮਾਈਂਡ ਨੇ ਇਹ ਤਸਵੀਰ ਉਕੇਰੀ ਤਾਂ ਇੱਕ ਵਾਰ ਲਿਖਦੇ ਸਮੇਂ ਮੇਰੇ ਵੀ ਹੱਥ ਕੰਬਣ ਲੱਗ ਪਏ, ਅੱਖਾਂ ਵਿੱਚ ਨੀਰ ਆ ਗਿਆ। ਪਰ ਜਿਹਦੇ ਪੁੱਤਰ ਨੂੰ ਕਤਲ ਕੀਤਾ ਗਿਆ ਸੀ ਉਹਦੀਆਂ ਅੱਖਾਂ 'ਚੋਂ ਹੰਝੂ ਨੱਡ ਗਿਆ। ਬਾਬਾ ਜੀ ਹਜੇ ਵੀ ਸ਼ਾਂਤ ਬੈਠੇ ਵਾਹਿਗੁਰੂ ਸਿਮਰਨ ਕਰ ਰਹੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੀ ਦਾੜੀ ਲਹੂ ਨਾਲ ਭਿੱਜ ਗਈ ਹੈ। ਮੂੰਹ 'ਚੋਂ ਪੁੱਤਰ ਦਾ ਲਹੂ ਚੋਰਿਆ ਹੈ। ਬੱਚੇ ਦੇ ਸਰੀਰ ਦੇ ਛੋਟੇ-ਛੋਟੇ ਟੋਟੇ ਕਰਕੇ ਉਹਨਾਂ ਦਾ ਇੱਕ ਹਾਰ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲੇ ਵਿੱਚ ਪਾ ਦਿੱਤਾ ਜਾਂਦਾ ਹੈ। ਉੱਥੇ ਖੜੇ ਦੇਖਣ ਵਾਲਿਆਂ ਦੇ ਸਾਹ ਸੁੱਕ ਗਏ, ਲੱਤਾਂ ਕੰਬਣ ਲੱਗ ਗਈਆਂ। ਪਰ ਇਹ ਮਰਦ ਦਲੇਰ ਹਜੇ ਵੀ ਸ਼ਾਂਤੀ ਨਾਲ ਬੈਠਾ ਵਾਹਿਗੁਰੂ ਦਾ ਸ਼ੁਕਰ ਅਦਾ ਕਰ ਰਿਹਾ ਹੈ ਕਿ ਪੁੱਤਰ ਉਮਰ ਵਿੱਚ ਛੋਟਾ ਸੀ, ਮੈਨੂੰ ਡਰ ਸੀ ਕਿ ਕਿਤੇ ਡੋਲ ਨਾ ਜਾਵੇ। ਪਰ ਤੁਹਾਡੀ ਮਿਹਰ ਨਾਲ ਵਾਹਿਗੁਰੂ ਜੀ ਇਹ ਵੀ ਇਮਤਿਹਾਨ ਵਿੱਚ ਪਾਸ ਹੋ ਗਿਆ। ਅਖੀਰ 'ਚ ਸ਼ਹੀਦੀ ਦੀ ਵਾਰੀ ਆਉਂਦੀ ਹੈ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ। ਫਰਕਸ਼ੀਰ ਕਹਿੰਦਾ ਹੈ ਕਿ ਤੈਨੂੰ ਤਾਂ ਮੈਂ ਅਜਿਹੀ ਮੌਤ ਦੇਵਾਂਗਾ ਕਿ ਮੌਤ ਦਾ ਵੀ ਕਲੇਜਾ ਕੰਬ ਉੱਠੂਗਾ। ਜ਼ਾਲਮ ਹੁਕਮ ਕਰਦਾ ਹੈ ਕਿ ਜਮੂਰਾ ਚੰਗੀ ਤਰ੍ਹਾਂ ਗਰਮ ਕਰਕੇ ਜਮੂਰੇ ਨਾਲ ਨੋਚ-ਨੋਚ ਕੇ ਇਸ ਦਾ ਮਾਸ ਕੱਢ ਲਿਆ ਜਾਵੇ। ਜਲਾਦ ਗਰਮ ਜਮੂਰੇ ਨਾਲ ਬਾਬਾ ਜੀ ਦੇ ਮਾਸ ਦੀ ਇੱਕ ਬੁਰਕੀ ਭਰਦਾ ਹੈ ਤੇ ਇੱਕ ਬੋਟੀ ਕੱਢ ਕੇ ਸਾਹਮਣੇ ਰੱਖ ਦਿੰਦਾ ਹੈ। ਬੋਟੀ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੂਰੇ ਸਰੀਰ ਦਾ ਮਾਸ ਨੋਚ ਲਿਆ ਜਾਂਦਾ ਹੈ। ਪਰ ਜ਼ਾਲਮ ਨੂੰ ਹਜੇ ਵੀ ਸਬਰ ਨਾ ਆਇਆ। ਹੁਕਮ ਕਰਦਾ ਹੈ ਕਿ ਇਹਦੀ ਸੱਜੀ ਅੱਖ ਕੱਢ ਦਿਓ। ਜਲਾਦ ਉਹੀ ਖੰਜਰ ਚੁੱਕਦਾ ਹੈ ਜਿਸ ਨਾਲ ਬਾਬਾ ਜੀ ਦੇ ਪੁੱਤਰ ਨੂੰ ਕਤਲ ਕੀਤਾ ਸੀ ਤੇ ਬਾਬਾ ਜੀ ਦੀ ਸੱਜੀ ਅੱਖ ਕੱਢ ਦਿੰਦਾ ਹੈ। ਫਿਰ ਹੁਕਮਾਂ ਅਨੁਸਾਰ ਖੱਬੀ ਅੱਖ ਵੀ ਕੱਢ ਦਿੰਦਾ ਹੈ। ਇਸ ਤੋਂ ਬਾਅਦ ਸੱਜਾ ਹੱਥ ਤੇ ਸੱਜਾ ਪੈਰ ਵੱਢ ਦਿੱਤਾ ਗਿਆ। ਫਿਰ ਖੱਬਾ ਹੱਥ ਤੇ ਖੱਬਾ ਪੈਰ ਵੀ ਵੱਢ ਦਿੱਤਾ ਗਿਆ। ਜਮੂਰੇ ਨਾਲ ਬਾਬਾ ਜੀ ਦੀ ਜੀਭ ਵੀ ਕੱਟ ਕੇ ਕੱਢ ਲਈ ਗਈ ਤੇ ਆਖਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਵਿੱਚ ਹਥੌੜੇ ਮਾਰ-ਮਾਰ ਕੇ ਸਿਰ ਫੇਂਕ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਯਾਦ ਰੱਖਿਓ ਕਿ ਇਹ ਸਾਰੀਆਂ ਮੁਸ਼ਕਲਾਂ ਸਿਰਫ ਇੰਨਾ ਕਹਿ ਕੇ ਦੂਰ ਕੀਤੀਆਂ ਜਾ ਸਕਦੀਆਂ ਸੀ ਕਿ ਮੈਂ ਸਿੱਖ ਨਹੀਂ ਹਾਂ, ਮੈਨੂੰ ਇਸਲਾਮ ਕਬੂਲ ਹੈ। ਪਰ ਇਹਨਾਂ ਸਾਰੇ ਸਿੰਘਾਂ ਨੂੰ ਸਿੱਖੀ ਨਾਲ ਇੰਨਾ ਪਿਆਰ ਸੀ ਕਿ ਉਹਨਾਂ ਨੇ ਸਿੱਖੀ ਛੱਡਣ ਨਾਲੋਂ ਤਸੀਹੇ ਸਹਿਣਾ ਜ਼ਿਆਦਾ ਸੌਖਾ ਸਮਝਿਆ ਤੇ ਅੱਜ ਸਾਡੇ ਸਿੱਖਾਂ ਦੇ ਬੱਚੇ ਸ਼ੌਂਕ ਨਾਲ ਹੀ ਕੇਸ ਕਤਲ ਕਰਾ ਰਹੇ ਹਨ। ਸ਼ਹੀਦ ਕਰਨ ਤੋਂ ਬਾਅਦ ਬਾਬਾ ਜੀ ਦੇ ਸਰੀਰ ਨੂੰ ਉੱਥੇ ਹੀ ਰੁਲਦਾ ਛੱਡ ਦਿੱਤਾ ਗਿਆ। ਪਰ ਮੌਕਾ ਦੇਖ ਕੇ ਗੁਰੂ ਦੇ ਇੱਕ ਸਿੱਖ ਭਾਈ ਅਮਰ ਸਿੰਘ ਕੰਬੋਜ ਨੇ ਬਾਬਾ ਜੀ ਦੇ ਹੱਥ, ਪੈਰ, ਅੱਖਾਂ, ਬੋਟੀਆਂ ਤੇ ਸਰੀਰ ਦੇ ਸਾਰੇ ਅੰਗ ਸਮੇਟ ਕੇ ਇੱਕ ਕੱਪੜੇ ਵਿੱਚ ਬੰਨ੍ਹ ਲਏ ਤੇ ਉਹਨਾਂ ਨੂੰ ਬਾਬਾ ਜੀ ਦੀ ਦੂਸਰੀ ਧਰਮ ਪਤਨੀ ਬੀਬੀ ਸਾਹਿਬ ਕੌਰ ਤੱਕ ਪਹੁੰਚਾਇਆ ਤੇ ਜੰਮੂ ਦੇ ਨੇੜੇ ਡੋਹੇ ਹਾਂਡਾ ਨਾਮ ਦੇ ਸਥਾਨ ਤੇ ਬਾਬਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਬਾਬਾ ਜੀ ਦੀ ਪਹਿਲੀ ਧਰਮ ਪਤਨੀ ਤੇ ਦਾਸੀ ਬੀਬੀ ਸ਼ਰਨ ਕੌਰ ਦੋਨਾਂ ਦੀ ਗ੍ਰਿਫਤਾਰੀ ਦਾ ਜ਼ਿਕਰ ਤਾਂ ਮਿਲਦਾ ਹੈ, ਪਰ ਇਸ ਤੋਂ ਬਾਅਦ ਦੀ ਕੋਈ ਜਾਣਕਾਰੀ ਅਵੇਲੇਬਲ ਨਹੀਂ ਹੈ।
ਪਰ ਜਿਨ੍ਹਾਂ ਜ਼ਾਲਮਾਂ ਨੇ ਮਾਸੂਮ ਜਿਹੇ ਬੱਚੇ ਨੂੰ ਨਹੀਂ ਛੱਡਿਆ, ਉਹਨਾਂ ਨੇ ਮਾਤਾ ਜੀ ਨੂੰ ਵੀ ਸ਼ਹੀਦ। ਸੋ ਇਹ ਸੀ ਸਾਡੀ ਕੌਮ ਦੇ ਮਹਾਨ ਜਰਨੈਲ ਦੇ ਸ਼ਹਾਦਤ ਦੀ ਕਹਾਣੀ। ਸਾਨੂੰ ਮਾਣ ਹੈ ਕਿ ਸਾਡੇ ਕੌਮ ਦੇ ਵਡੇਰਿਆਂ ਨੇ ਆਪਣੇ ਲਹੂ ਨਾਲ ਸਿੱਖੀ ਦੇ ਬਾਗ को बंद करें। बहुत इन्होंने डिटेल में जो भी बताई है कहानी, बाबा बंदा सिंह बहादुर बेशक जर्नैल रहे होंगे बहुत बड़े, लेकिन मुझे हिस्टोरिकल जो फैक्ट्स बता रहे थे वो गलत है। उसकी वजह ये है, इन्होंने जिसकी तस्वीर भी दिखाई है और जिसके बारे में बताया है कि बहादुर शाह ज़फ़र जो है उसके हुक्म से ये हो रहा था, और बहादुर शाह ज़फ़र जो है वो पागल हो गया और मर गया और वो वहाँ दफन है। ये बात बिल्कुल गलत है। उसकी वजह ये है कि बहादुर शाह ज़फ़र जो है वो 1857 में था। 100 साल पहले बहादुर शाह ज़फ़र कैसे हो सकता है? ये 1716 की बात बता रहे हैं। तो बहादुर शाह ज़फ़र जो गुज़रा है मुगलिया दौर का बादशाह, वो उसकी हुकूमत को अंग्रेज़ों ने 1857 में ख़त्म किया और उसको कैद करके काला पानी की भेजा गया था रंगून में। वो रंगून में कैद हुआ है और रंगून में ही उसकी कब्र है। आज भी आप तारीख देख लें, अगर आपने गूगल भी करना है उस पर जाके देख लें कि बहादुर शाह ज़फ़र जो है उसकी कब्र कहाँ पे है। वो रंगून में है और मैं ख़ुद रंगून में देख के आई हूँ उसको। और वो अंग्रेज़ों ने उनको कैद किया था और 1857 में किया था। आप 1716 की बात बता रहे हो और आप कह रहे हो कि बहादुर शाह ज़फ़र ने ही किया है। पहले आप ये हिस्ट्री देखें कि उस वक्त कौन वो था बंदा जो हुक्मरान था और वो किसके हुक्म से ये बातें सारी हो रही थी और ये सारा कुछ वाक़या जो गुजरा है वो हुआ है। अच्छा, और दूसरा फलक शेर के बारे में नहीं बताया कि वो कौन था, किस पोजीशन पे था, कहाँ हुक्मरान था, क्या था वो बंदा जो इस तरह की वो हरकतें कर रहा था, जो भी था। तो ये इनसे कोई सही वाज़िया जो है वो तारीख़ समझ नहीं आई। और जो वाक़यात वो बता रहे हैं उसमें भी बहुत सारा झोल है। झोल ये है कि कह रहे हैं कि 1 साल तक कुछ नहीं खाया था। 1 साल तक कौन ज़िंदा रह सकता बगैर खाए पिए? ये मतलब ठीक है, तशद्दुद हुआ होगा, जो ये बातें कर रहे हैं उनमें से कुछ परसेंट ठीक होगी बातें, लेकिन ये सारी बातें जो है ना वो उन पर यकीन नहीं हो सकता। मुझे तो नहीं यकीन। पहली तो सबसे बड़ी बात ये है कि वो 100 साल का तारीख़ का फ़र्क कैसे डाल सकते हैं कि बहादुर शाह ज़फ़र ने ये किया। बहादुर शाह ज़फ़र जो है वो 1857 में उसको अंग्रेज़ों ने कैद किया और रंगून भेजा। वो मरा भी रंगून में, उसका कब्र भी अभी तक रंगून में है, उसका मकबरा जो है रंगून में। तो हमने सही बात बताए जो थी। चले, ये हमने भी चेक किया है। आज पार्ट 2 था। कुछ चीज़ें वाकई गलत लगी हैं उसमें, टाइम का भी जिस तरह से वो जो पीरियड है वो, और बाकी मेरा नहीं ख्याल कि एक के अलावा भी कोई शाह ज़फ़र कोई गुजरा हुआ है कोई पहले भी, पता नहीं। और दूसरी चीज़ ये है कि ये बात भी समझ नहीं आ रही इसमें कि उस टाइम पे अगर इतना जुल्म करना होता तो सारा हिंदुस्तान वो हिंदुओं से भरा हुआ था, और वो सिख तो फिर भी एक खुदा को पूज रहे थे, और वो तो लाखों करोड़ों देवी देवताओं को पूज रहे हैं। अगर उन्हें करना होता तो फिर सारे सिख भी वो हिंदू भी मुका दिए होते अगर इस तरह की वो बात थी तो। वो भी तो गैर मुस्लिम थे, उन पे जुल्म क्यों नहीं हो रहा था? ये बातें कुछ थोड़ी सी जेन नहीं मान रहा इसको। बहरहाल चले, आप भी देखें, आपको भी अगर कोई पता है हिस्ट्री के बारे में, जितना जितना अगर आपको नॉलेज है वो कमेंट्स में बताएं, या कोई बेहतर डॉक्यूमेंट्री कहीं पे पड़ी हुई है हाँ, तो जिसमें उसका हिस्टोरिकल लिंक, फैक्ट्स बिल्कुल सही है और तारीखें भी सही हैं, वो लिंक भेज दें। हम भी कोशिश करेंगे उस पर दोबारा बना रहे वीडियो। बाकी मिलते हैं अगली वीडियो में। उन्होंने बाकायदा तस्वीर दिखाई है बहादुर शाह ज़फ़र की। ये तो बहादुर शाह ज़फ़र वही थे जो गालिब के जिनके दरबार में होता था, और ज़ौक के वो शागिर्द थे। वो भी शायर था ना, वो हालांकि हिंदू था, वो शायर जो ज़ौक था। और क्या उसे कहते हैं, उनके दौर में थे ये बहादुर शाह ज़फ़र। तो ये तो अंग्रेज़ों के दौर तक थे। अंग्रेज़ों ने आखिरी मुगल शहंशाह थे जिन्होंने उन्होंने वहाँ भेजा है, रंगून भेजा। यानी मिर्ज़ा गालिब जो था वो अंग्रेज़ों से मिलता था।
वो अंग्रेज़ों के दौर में था। अच्छा हाँ। चले हम्म। नहीं जी, होती है फिर मुलाकात अगली वीडियो में। तब तक के लिए अपना ख्याल रखें, दुआ में याद रखें। रब रख। अल्लाह हाफ़िज़।